ਨਮਸਕਾਰ, ਮੈਂ ਹਾਂ ਸ਼ਮੀ ਡਾਵਰਾ ਤੇ ਤੁਸੀਂ ਦੇਖ ਰਹੇ ਹੋ ਐਸਡੀਟੀਵੀ ਪ੍ਰਾਈਮ। ਸਭ ਤੋਂ ਪਹਿਲਾਂ ਐਸਡੀਟੀਵੀ ਪ੍ਰਾਈਮ ਦੇ ਸਾਰੇ ਦਰਸ਼ਕਾਂ ਨੂੰ ਐਸਡੀਟੀਵੀ ਪ੍ਰਾਈਮ ਤੇ ਸ਼ਮੀ ਡਾਵਰਾ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਤੇ ਦੂਸਰੀਆਂ ਮੁਬਾਰਕਾਂ ਦੋਸਤੋ ਅੱਜ ਹੋਰ ਹੈ ਕਿ ਕਿਸਾਨ ਜਥੇਬੰਦੀਆਂ ਦਾ ਲਗਾਇਆ ਹੋਇਆ ਮੋਰਚਾ ਕਿਤੇ ਨਾ ਕਿਤੇ ਆਪਣੀ ਫਤਿਹ ਦੇ ਵੱਲ ਪੁੱਜ ਗਿਆ ਹੈ। ਤੇ ਕਿਉਂਕਿ ਅੱਜ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਬਿਆਨ ਕਰ ਦਿੱਤਾ ਹੈ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਲੈ ਲਾਂਗੇ। ਇਸ ਬਾਰੇ ਚਰਚਾ ਕਰਨ ਦੇ ਲਈ ਅਸੀਂ ਵੀ ਸਟੂਡੀਓ 'ਚ ਸੱਦਾ ਦਿੱਤਾ ਹੈ ਆਪਣੇ ਹਲਕੇ ਦੇ ਕਿਸਾਨ ਨੇਤਾ ਤਰਲੋਚਨ ਸਿੰਘ ਚੱਠਾ ਨੂੰ। ਚੱਠਾ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ ਜ਼ਿਆਦਾ। ਸਭ ਤੋਂ ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਵੱਲੋਂ ਤੁਹਾਨੂੰ ਵੀ ਤੇ ਕਿਸਾਨ ਜਥੇਬੰਦੀਆਂ ਨੂੰ ਵੀ। Himachal Institute of Dental Sciences, Paonta Sahib, near Dehradun, Himachal Pradesh. Opening the doors for you. Come on in. It's an entrance to an exception. Excellent infrastructure, sprawling lawns, classrooms fitted with the latest teaching gadgets, fully air-conditioned library packed with the latest books and journals, fully operational laboratories, learning patient treatment skills, getting hands-on experience, energetic coaching and personalized attention. You could have not asked for better. The motivation you need and the support you deserve. 24 hours security and off-site surveillance too. Academic excellence and accomplished administration. We lay strong foundation for a successful future as your success is our passion. Experience the excellence and the fun time cause we believe play is as natural as breathing and as necessary. An ultimate choice for the students. Your search ends here. ਅਸਲ 'ਚ ਦਾਵੜਾ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਤਾਂ ਹੈ ਹੀ ਹੈ ਦੇਸ਼ ਦੇਸ਼ਾਂਤਰ ਦੀਆਂ ਸੰਗਤਾਂ ਨੂੰ। ਬਿਲਕੁਲ। ਨਾਲ ਦੀ ਨਾਲ ਜਿਹੜਾ ਅੱਜ ਥੋੜ੍ਹੀ ਦੇਰ ਪਹਿਲੇ ਹੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਐਲਾਨ ਕੀਤਾ ਕਿ ਤਿੰਨੋਂ ਹੀ ਜਿਹੜੇ ਇਹ ਕਾਲੇ ਕਾਨੂੰਨ ਆਪਾਂ ਕਹਿੰਦੇ ਆ ਇਹ ਵਾਪਸ ਲੈ ਲਵਾਂਗੇ। ਬਿਲਕੁਲ। ਉਹਦੇ 70 ਖੈਰ ਹੈ ਤਾਂ ਇਹ ਬਹੁਤ ਵਧੀਆ ਹੈ ਜੀ, ਪਰ ਅਸਲ ਮਾਇਨਿਆਂ 'ਚ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ। ਮੈਂ ਤੁਹਾਡੇ ਕੋਲ ਗੱਲ ਪੁੱਛਦਾ ਵੀ ਕਿੱਥੇ ਗੱਲ ਖਤਮ ਹੁੰਦੀ ਹੈ। ਪਹਿਲੇ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਚੀਜ਼ ਦਿਖਾ ਦਈਏ ਜੋ ਨਰਿੰਦਰ ਮੋਦੀ ਜੀ ਨੇ ਅੱਜ ਆਪਣੇ ਭਾਸ਼ਣ ਦੇ ਵਿੱਚ ਕਹੀ ਹੈ, ਜਾਂ ਜਿਹੜੇ ਸੰਦੇਸ਼ ਕਿਹਾ ਜਾਂਦਾ ਵੀ ਅੱਜ ਜਿਹੜੇ ਰਾਸ਼ਟਰ ਦੇ ਨਾਂ ਸੰਦੇਸ਼ ਦੇ ਵਿੱਚ ਕਹੀ ਹੈ। ਸਭ ਤੋਂ ਪਹਿਲਾਂ ਤੁਸੀਂ ਵੀ ਦੇਖੋ ਸਾਡੇ ਦੋਸਤੋ ਕਿ ਅੱਜ नरेंद्र मोदी जी ने अपने संदेश ਦੇ ਵਿੱਚ ਕਿਹਾ। साथियों, मैं आज देशवासियों से क्षमा मांगते हुए सच्चे मन से और पवित्र हृदय से कहना चाहता हूं कि शायद हमारी तपस्या में ही कोई कमी रही होगी, जिसके कारण दिए के प्रकाश जैसा सत्य कुछ किसान भाइयों को हम समझा नहीं पाए। आज गुरु नानक देव जी का पवित्र प्रकाश पर्व है। ये समय किसी को भी दोष देने का नहीं है। आज मैं आपको, पूरे देश को ये बताने आया हूं कि हमने 3 कृषि कानूनों को वापस लेने का, रिपील करने का निर्णय लिया है। इस महीने के अंत में शुरू होने जा रहे संसद सत्र में, इसी महीने में हम तीनों कृषि कानूनों को रिपील करने की संवैधानिक प्रक्रिया को पूरा कर देंगे। साथियों, मैं आज अपने सभी आंदोलनरत किसान साथियों से आग्रह कर रहा हूं, आज गुरु पर्व का पवित्र दिन है। अब आप अपने अपने घर लौटे, अपने खेत में लौटे, अपने परिवार के बीच लौटे। आइए एक नई शुरुआत करते हैं। ਸੋ ਦੋਸਤੋ, ਸੁਣਿਆ ਤੁਸੀਂ ਕਿ ਉਹਨਾਂ ਨੇ ਕਿਹਾ ਵੀ ਅਸੀਂ ਇਹ ਤਿੰਨੋਂ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਰਹੇ ਹਾਂ ਕਿਉਂਕਿ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਜਾਂ ਕਿਸਾਨਾਂ ਨੂੰ ਅਸੀਂ ਇਸ ਦੇ ਫਾਇਦੇ ਸਮਝਾਉਣ ਦੇ ਵਿੱਚ ਨਾਕਾਮਯਾਬ ਰਹੇ ਹਾਂ ਜਾਂ ਅਸੀਂ ਪ੍ਰੋਪਰ ਵੇ ਨਾਲ ਸਮਝਾ ਨਹੀਂ ਪਾਏ ਤੇ ਅਸੀਂ ਇਸ ਲਈ ਇਹ ਤਿੰਨੋਂ ਜਿਹੜੇ ਕਾਨੂੰਨ ਹੈ ਬਣਾਏ ਹੋਏ ਉਹ ਵਾਪਸ ਲੈਣ ਦਾ ਐਲਾਨ। ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਪਈ ਹੈ ਤੇ ਸਿੰਘੂ ਬਾਰਡਰ ਦਾ ਕਿਸ ਤਰ੍ਹਾਂ ਦਾ
ਹਾਲਾਤ ਬਣੇ, ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸਿੰਘੂ ਬਾਰਡਰ ਤੇ। ਸਾਡੇ ਦੋਸਤ ਤੇ ਸਾਡੇ ਸਾਥੀ ਤੇ ਸਾਡੇ ਇਲਾਕੇ ਦੇ ਇੱਕ ਉੱਗੇ ਕਿਸਾਨ ਸੁਰਜੀਤ ਸਿੰਘ ਢੇਰ ਉੱਥੇ ਨੇ। ਅਸੀਂ ਉਹਨਾਂ ਕੋਲੋਂ ਕੁਝ ਵੀਡੀਓਜ਼ ਮੰਗਾਈਆਂ ਨੇ, ਅਸੀਂ ਤੁਹਾਨੂੰ ਵੀ ਦਿਖਾਉਂਦੇ ਕਿ ਉੱਥੇ ਉਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਦੇਸ਼ ਵਾਸੀਆਂ ਨੂੰ ਜਿੱਥੇ ਗੁਰਪੁਰਬ ਦੀ ਵਧਾਈ ਹੋਵੇ, ਉੱਥੇ ਅੱਜ ਤਿੰਨੇ ਜਿਹੜੇ ਕਾਲੇ ਕਾਨੂੰਨ ਹੈ ਉਹ ਰੱਦ ਹੋ ਗਏ। ਸੋ ਸਭ ਤੋਂ ਪਹਿਲਾਂ ਮੈਂ SDBT ਚੈਨਲ ਨਾਲ ਜੁੜੇ तमाम ਦਰਸ਼ਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਕਿਸਾਨਾਂ ਦਾ ਜਿਹੜੇ ਪਿਛਲੇ 1 ਸਾਲ ਤੋਂ ਉੱਪਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ, ਅੱਜ ਉਹਨਾਂ ਦੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ। ਬਾਬਾ ਨਾਨਕ ਦੇ ਗੁਰਪੁਰਬ ਤੇ ਅੱਜ ਵੀ ਜਿਹੜਾ ਬਾਬਰ ਹੈ ਹਾਰਿਆ ਹੈ। ਸੋ ਬਾਬਾ ਨਾਨਕ ਜੀ ਦੀ ਜਿਹੜੀ ਜਿੱਤ ਹੋਈ ਹੈ, ਖੇਤੀ ਦੀ ਅੱਜ ਜਿਹੜੀ ਜਿੱਤ ਹੋਈ ਹੈ। ਸੋ ਇੱਥੇ ਬਾਰਡਰ ਤੇ ਬਹੁਤ ਜਿਹੜਾ ਖੁਸ਼ਹਾਲ ਲੋਕਾਂ 'ਚ ਬਹੁਤ ਖੁਸ਼ੀ ਹੈ। ਜਿੱਦਾਂ ਹੀ ਨੌਜਵਾਨਾਂ ਨੇ ਖਬਰ ਸੁਣੀ ਹੈ, ਉਹ ਆਪਣੇ ਭੰਗੜੇ ਗੀਤਾਂ ਰਾਹੀਂ ਆਪਣਾ ਖੁਸ਼ੀ ਮਨਾ ਰਹੇ ਹੈ। ਕਿਸਾਨ ਵੀਰ ਹੈ ਜਿਹੜਾ ਖੁਸ਼ੀ ਦਾ ਮਾਹੌਲ ਹੈ। ਤੇ ਇੱਥੇ ਕਿਸਾਨਾਂ ਨੇ ਸੰਯੁਕਤ ਮੋਰਚੇ ਨੇ ਫੈਸਲਾ ਵੀ ਕੀਤਾ ਹੈ ਕਿ ਅਸੀਂ 21 ਤਰੀਕ ਨੂੰ ਆਪਣੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਕੱਢਣਾ। ਸੋ ਹੁਣ ਹੋਰ ਵੀ ਜਿਹੜੀ ਖੁਸ਼ੀ ਹੈ ਉਹ ਹੋ ਗਈ। ਅੱਜ ਸਟੇਜ ਤੇ ਬਹੁਤ ਜਿਹੜਾ ਖੁਸ਼ੀ ਦਾ ਮਾਹੌਲ ਹੈ ਸਾਰੇ ਕਿਸਾਨਾਂ ਦੇ। ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਨਾਲ ਦੋਸਤੋ, ਜਿੱਥੇ ਸਿੰਘੂ ਬਾਰਡਰ ਤੇ ਇਸ ਤਰ੍ਹਾਂ ਦਾ ਮਾਹੌਲ ਹੈ, ਉਸੇ ਤਰ੍ਹਾਂ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਹੈ ਉਹ ਕਿਸਾਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਤੇ ਕਿਸਾਨ ਉੱਥੇ ਦੇ ਵੀ ਕਹਿ ਰਹੇ ਨੇ ਕਿ ਆਖਿਰ ਮੋਦੀ ਸਾਹਿਬ ਨੂੰ ਝੁਕਣਾ ਹੀ ਪਿਆ। ਸਾਡੇ ਦੋਸਤ ਅਕਸ਼ੇ ਕੁਮਾਰ ਗਿੱਲ ਨੇ ਪੌਂਟਾ ਸਾਹਿਬ ਤੋਂ ਹਿਮਾਚਲ ਕਿਸਾਨ ਯੂਨੀਅਨ ਜੋ ਹੈ ਉਹਨਾਂ ਦੇ ਪ੍ਰਧਾਨ ਅਨਿੰਦਰ ਸਿੰਘ ਨੌਟੀ ਦੀ ਇਹ ਵੀਡੀਓ ਭੇਜੀ ਹੈ, ਜਿਸ ਦੇ ਵਿੱਚ ਉਹਨਾਂ ਨੇ ਅੱਜ ਖੁਸ਼ੀ ਜ਼ਾਹਿਰ ਕੀਤੀ। एकता जिंदाबाद, किसान एकता जिंदाबाद। आजो शेर भाई आजो। आप सभी को गुरपर्व की बहुत बहुत बधाई। सतगुरु नानक प्रगटिया मिट्टी धुंध जग चानन होया, अर्थात गुरु नानक देव जी के अवतारण के साथ इस देश दुनिया में उजाला हुआ, अंधकार की समाप्ति हुई। आज गुरपर्व के दिन फिर से एक बार ये साबित हुआ है कि इस सरकार के अहंकार के खिलाफ, इस सरकार के शोषण के खिलाफ, और जो किसानों के अस्तित्व पर इस सरकार ने एक संकट ला दिया था, किसानों की फसलों और नस्लों को समाप्त करने की जो कॉरपोरेट घरानों की कोशिश को ये सरकार अपना बल दे रही थी, कानून के माध्यम से उसको अमली जामा पहना रही थी, वो आज गुरुपर्व के शुभ अवसर पे आज सरकार की कहीं ना कहीं कुछ आंखें खुली हैं। आज सरकार को कहीं कोई होश आया है कि इस देश में अन्नदाता बड़ा है या अंबानी और अदानी। तो इसलिए आज संयुक्त किसान मोर्चा हिमाचल प्रदेश, भारतीय किसान यूनियन हिमाचल प्रदेश के लोग अभी यहाँ जुटने शुरू हुए हैं। मैं अनिंदर सिंह नौटी, संयोजक संयुक्त किसान मोर्चा हिमाचल प्रदेश और अध्यक्ष भारतीय किसान यूनियन हिमाचल प्रदेश, और हमारे अभी जो वरिष्ठ पदाधिकारी यहाँ आए हैं, हम ये कोई अभी खुशी नहीं मना रहे, अभी आंदोलन जारी रहेगा। विंटर सेशन तक भी अभी ये मोर्चा, जो संयुक्त किसान मोर्चा के कार्यक्रम है वो उसी तरह से चलेंगे। ये सरकार की हठधर्मिता खत्म होने की शुरुआत है, लेकिन अभी हमारे कुछ मूलभूत प्रश्न और जो मांग थी बिजली संशोधन विधेयक 2020 वापस लेने की और न्यूनतम समर्थन मूल्य पर गारंटी एक्ट बनाने की, वो मांगों पर आज प्रधानमंत्री जी का संबोधन जो है वो साइलेंट है। विंटर सेशन में सरकार इन पर क्या फैसला लेती है, संयुक्त किसान मोर्चा उसके बाद अपना कोई निर्णय लेगा, और उस निर्णय के मुताबिक ही आंदोलन की अगली जो रूपरेखा है वो तय की जाएगी। आज फिर से गुरपर्व की सभी को बहुत बहुत बधाई। प्रधानमंत्री जी को भी गुरपर्व की बहुत बहुत बधाई कि गुरु नानक देव जी का ओट आसरा लेकर उन्होंने अपनी गलती को माना है, गलती मानने की शुरुआत की है। इस उनकी गलती मानने की शुरुआत का हम स्वागत करते हैं और उम्मीद करते हैं कि विंटर सेशन में भी सरकार ईमानदारी के साथ किसानों के बाकी बचे हुए मुद्दों का निवारण करेगी, और बाकी भी आज किसान। ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਬਈ ਉਹਨਾਂ ਨੇ ਐਲਾਨ ਕੀਤਾ ਹੈ ਬਈ ਵਾਪਸ ਲੈ ਲੈ ਜਾਣਗੇ, ਦੂਸਰੇ ਪਾਸੇ ਇਹ ਵੀ ਕਿਹਾ ਵੀ ਅਸੀਂ ਬਹੁਤ ਸਾਰੇ ਕਿਸਾਨਾਂ ਨੂੰ ਸਮਝਾ ਹੀ ਨਹੀਂ ਪਾਏ ਕਿ ਇਹਨਾਂ ਦੇ ਫਾਇਦੇ ਕੀ।
ਇਸ ਲਈ ਉਹਨਾਂ ਨੂੰ ਪਸੰਦ ਨਹੀਂ ਆਏ ਤੇ ਉਹਨਾਂ ਦੀ ਪਸੰਦ ਨੂੰ ਦੇਖਦੇ ਹੋਏ, ਨਾ ਪਸੰਦ ਨੂੰ ਦੇਖਦੇ ਹੋਏ ਅਸੀਂ ਵਾਪਸ ਲੈ ਆਏ। ਸਭ ਤੋਂ ਵੱਡੀ ਗੱਲ ਇੱਕ ਹੋ ਗਈ ਵੀ ਪੀਐਮ ਮੋਦੀ ਨੇ ਇਹ ਮੰਨ ਲਿਆ ਜੀ ਸਿੱਧੇ ਤੌਰ ਤੇ ਵੀ ਇਹ ਸਾਤੋਂ ਗਲਤੀ ਹੋਈ ਹੈ। ਜੀ ਇਸੇ ਕਰਕੇ ਹੀ 26 ਨਵੰਬਰ ਨੂੰ 1 ਸਾਲ ਹੋ ਜਾਣਾ ਕਿਸਾਨ ਜਥੇਬੰਦੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਰੂਪ 'ਚ ਦਿੱਲੀ ਬੈਠਿਆਂ ਨੂੰ। ਬਿਲਕੁਲ 19 ਨਵੰਬਰ ਨੂੰ ਸਾਨੂੰ 1 ਸਾਲ ਹੋ ਗਿਆ ਨੱਕੀਆਂ ਟੋਲ ਪਲਾਜ਼ਾ ਬੰਦ ਕੀਤੇ ਹੋ। ਬਿਲਕੁਲ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਅੱਤਵਾਦੀ, ਨਕਸਲਵਾਦੀ ਜਾਂ ਬਹੁਤ ਹੋਰ ਤਰ੍ਹਾਂ ਦੇ, ਜਿਹਨੂੰ ਕਹਿ ਦਈਏ ਘਟੀਆ ਸ਼ਬਦ, ਅੰਦੋਲਨ ਜੀਵੀ ਤੱਕ ਵੀ ਕਿਹਾ ਗਿਆ, ਬਿਲਕੁਲ ਬਿਲਕੁਲ ਜੋ ਕਿ ਇਹ ਕਹਿਣੇ ਨਹੀਂ ਚਾਹੀਦੇ ਸੀਗੇ ਕਿਸਾਨ ਨੂੰ ਜਾਂ ਦੇਸ਼ ਦੇ ਅੰਨਦਾਤਾ ਨੂੰ, ਜਿਹੜਾ ਪੂਰੇ ਦੇਸ਼ ਦਾ ਢਿੱਡ ਭਰ ਰਿਹਾ ਜੀ। ਤੇ ਉਹਦਾ ਬੇਟਾ ਜਿਹੜਾ ਹੈ ਸਰਹੱਦਾਂ ਤੇ ਬੈਠਾ। ਬਿਲਕੁਲ ਪਰ ਦਾਵੜਾ ਜੀ, ਇਹ ਗੱਲ 3 ਕਾਲੇ ਕਾਨੂੰਨ ਵਾਪਸ ਲੈਣ ਨਾਲ ਖਤਮ ਨਹੀਂ ਹੁੰਦੀ। ਜੀ ਗੱਲ ਇੱਥੇ ਖੜੀ, ਅਸਲੀ ਮੁੱਦਾ ਜਿਹੜਾ ਹੈ ਉਹ ਹੈ ਐਮਐਸਪੀ ਤੇ ਕਾਨੂੰਨ ਬਣਾਉਣਾ। ਬਿਲਕੁਲ ਦੇਖੋ, ਜੇ ਐਮਐਸਪੀ ਤੇ ਕਾਨੂੰਨ ਬਣੂਗਾ ਤਾਂ ਉਹ ਤੋਂ ਬਾਅਦ ਯੂਪੀ ਦੇ ਤੇ ਬਿਹਾਰ ਦੇ ਜੀ ਜਿਹੜੇ ਅੱਧ ਤੋਂ ਵੀ ਘੱਟ ਕੀਮਤ ਤੇ ਧਾਨ ਇੱਥੇ ਆਂਦੇ, ਉੱਥੇ 800-900 ਤੋਂ ਖਰੀਦ ਕੇ ਇੱਥੇ 1900-2000 ਨੂੰ ਵਿਕ ਰਹੇ, ਜੀ ਔਰ ਉੱਥੇ ਦੀ ਜਿਹੜੀ ਜ਼ਮੀਨ ਹੈ, ਤੁਸੀਂ ਹੈਰਾਨ ਰਹਿ ਜਾਣਾ, ਉਪਜਾਊ ਜ਼ਮੀਨ 4 ਤੋਂ 5 ਲੱਖ ਰੁਪਏ ਦੇ ਏਕੜ ਤੇ, ਜਿਹੜੀ ਸਾਡੇ ਪੰਜਾਬ 'ਚ ਜਾਂ ਹਰਿਆਣੇ 'ਚ 15 ਤੋਂ 20 ਲੱਖ ਰੁਪਇਆ ਏਕੜ ਹੈ। ਜੀ ਔਰ ਜਦੋਂ ਤੱਕ ਇਹ ਕਾਨੂੰਨ ਨਹੀਂ ਬਣਦਾ ਐਮਐਸਪੀ ਤੇ, ਉਦੋਂ ਤੱਕ ਕਿਸਾਨ ਖੁਦਕੁਸ਼ੀਆਂ ਕਰਨ ਤੇ ਨਹੀਂ ਹਟੂਗਾ, ਜੀ ਉਦੋਂ ਤੱਕ ਇਹ ਕਾਲਾ ਬਾਜ਼ਾਰੀ ਖਤਮ ਨਹੀਂ ਹੋਊਗੀ। ਸਭ ਤੋਂ ਜ਼ਰੂਰੀ ਹੈ ਵੀ ਜੇ ਇਹ 3 ਬਿੱਲ ਵਾਪਸ ਲਏ ਹੈ ਜਾਂ ਲੈਣ ਜਾ ਰਹੇ ਹੈ, ਨਾਲ ਦੀ ਨਾਲ ਇਹਦੇ ਤੇ ਵੀ ਕਾਨੂੰਨ ਬਣਾਉਣ ਕਿ ਐਮਐਸਪੀ ਤੋਂ ਘੱਟ ਕੋਈ ਵੀ ਦੇਸ਼ 'ਚ ਜੇ ਖਰੀਦੂਗਾ ਤਾਂ ਉਹਦੇ ਤੇ ਪਰਚਾ ਦਰਜ ਹੋਊਗਾ, ਤਾਂ ਕਿਸਾਨ ਮਾੜਾ ਮੋਟਾ ਖੁਸ਼ਹਾਲ ਜੀਵਨ ਜੀਊਗਾ, ਤਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਜਾਂ ਜਿਹੜੇ ਟੋਲ ਪਲਾਜ਼ਿਆਂ ਤੇ ਜਾਂ ਕਿਤੇ ਹੋਰ ਬੈਠੇ ਤਾਂ ਵਾਪਸ ਆਊਗੇ। ਅਦਰਵਾਈਜ਼ ਵੈਸੇ ਤਾਂ ਮੈਂ ਇਹੀ ਪੁੱਛਣਾ ਚਾਹਤਾ ਤੁਹਾਡੇ ਕੋਲ, ਸੰਯੁਕਤ ਕਿਸਾਨ ਮੋਰਚਾ 26 ਨਵੰਬਰ ਤੋਂ ਜਿਹੜਾ ਹੈ ਉਹ ਦਿੱਲੀ ਦੇ ਆਲੇ ਦੁਆਲੇ ਧਰਨੇ ਦੇ ਉੱਤੇ ਬੈਠਾ ਹੋਇਆ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਟੋਲ ਪਲਾਜ਼ਾ ਦੇ ਉੱਤੇ ਬੈਠੀਆਂ ਹੋਈਆਂ ਨੇ, ਬਹੁਤ ਸਾਰੀਆਂ ਜਿਹੜੀਆਂ ਸਥਾਨਕ, ਔਰ ਸਮੇਂ-ਸਮੇਂ ਤੇ ਜਦੋਂ ਵੀ ਕਾਲ ਆਉਂਦੀ ਹੈ ਉਹ ਦਿੱਲੀ ਵੀ ਜਾਂਦੀਆਂ ਰਹਿੰਦੀਆਂ ਨੇ। ਲੇਕਿਨ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਹੁਣ ਇਹਨਾਂ ਨੇ ਕਹਿਤਾ ਵੀ ਅਸੀਂ ਵਾਪਸ ਲੈ ਲਏ, ਔਰ ਬਾਕੀ ਜੋ ਕਾਰਵਾਈ ਹੈ ਉਹ ਹੁਣ ਜਿਹੜਾ ਵਿੰਟਰ ਸੈਸ਼ਨ ਸ਼ੁਰੂ ਹੋ ਰਿਹਾ ਲੋਕ ਸਭਾ ਦਾ, ਉਸ ਦੇ ਵਿੱਚ ਸਾਰਾ ਕੁਝ ਇਹ ਕਰ ਦਿੱਤਾ ਜਾਏਗਾ ਵੀ ਤੁਸੀਂ ਲੋਕ ਜਿਹੜਾ ਧਰਨੇ ਦੇ ਰਹੇ ਹੋ, ਚਾਹੇ ਉਹ ਦਿੱਲੀ ਦੇ ਬਾਰਡਰਾਂ ਤੇ ਹੈ, ਚਾਹੇ ਉਹ ਟੋਲ ਪਲਾਜ਼ਿਆਂ ਤੇ ਹੈ, ਇਹ ਵਾਪਸ ਲੈਣ ਦਾ ਵਿਚਾਰ ਕਰੋਗੇ ਜਾਂ ਹਲੇ ਸੰਯੁਕਤ ਮੋਰਚਾ ਜੋ ਵੀ ਤੁਹਾਨੂੰ ਜਿਹੜੇ ਬਾਕੀ ਟੋਲ ਪਲਾਜ਼ਿਆਂ ਤੇ ਬੈਠੇ ਆ ਵੀ ਉਹ ਉੱਥੇ ਜੋ ਵੀ ਰੂਪਰੇਖਾ ਤਿਆਰ ਕਰੇਗਾ ਉਹਦੇ ਉੱਤੇ ਫੁੱਲ ਚੜਾਓਗੇ? ਪਹਿਲੇ ਤਾਂ ਮੈਂ ਤੁਹਾਡੇ ਤੋਂ ਥੋੜਾ ਜਿਹਾ ਡਿਫਰ ਕਰਦਾ ਜੀ। ਉਹ ਇਹ ਹੈ ਵੀ ਇਹ ਜਿਹੜਾ ਅੰਦੋਲਨ ਹੈ ਪੰਜਾਬ ਦਾ ਜਾਂ ਹਰਿਆਣੇ ਦਾ ਨਹੀਂ ਰਹਿ ਗਿਆ, ਬਿਲਕੁਲ ਨਾ ਇਹ 32-38 ਕਿਸਾਨ ਜਥੇਬੰਦੀਆਂ ਦਾ ਰਹਿ ਗਿਆ ਜੀ। ਇਹ ਹੁਣ ਪੂਰੇ ਦੇਸ਼ 'ਚ ਸੰਯੁਕਤ ਕਿਸਾਨ ਮੋਰਚੇ ਦੇ ਰੂਪ 'ਚ ਹੈ। ਇਹ ਤੁਸੀਂ ਆਪ ਦੇਖ ਸਕਦੇ ਹੋ ਕਿ ਅੱਜ ਤੱਕ ਕਦੇ ਸਾਊਥ ਨਹੀਂ ਬੰਦ ਹੋਇਆ, ਜਦੋਂ ਵੀ ਕਿਸਾਨਾਂ ਨੇ ਕਾਲ ਦਿੱਤੀ ਸਾਊਥ ਤੱਕ ਬੰਦ ਹੋਇਆ। ਲੇਕਿਨ ਮੈਂ ਟੋਲ ਪਲਾਜ਼ਾ ਦੀ ਗੱਲ ਹੈ, ਟੋਲ ਪਲਾਜ਼ਾ ਪੰਜਾਬ ਹਰਿਆਣਾ ਨਹੀਂ, ਉਹ ਤੋਂ ਵੀ ਅਗਲੀ ਗੱਲ, ਤੁਸੀਂ ਇਹ ਦੇਖੋ ਵੀ ਦੇਸ਼ ਵਿਦੇਸ਼ 'ਚ ਵੀ ਜੀ ਅੱਜ ਵੀ ਸਰਕਾਰ ਦੇ ਵਿਰੁੱਧ, ਮੋਦੀ ਦੇ ਵਿਰੁੱਧ ਜੀ ਪੂਰੀ ਨਾਅਰੇਬਾਜ਼ੀ ਹੋ ਰਹੀ, ਰੋਸ ਪ੍ਰਦਰਸ਼ਨ ਹੋ ਰਹੇ ਕਿ ਵਾਪਸ ਲਓ ਵਾਪਸ ਲਓ। ਔਰ ਇਸੇ ਕਰਕੇ, ਔਰ ਅਗਲੀ ਗੱਲ, ਜਿਹੜੀਆਂ 4-5 ਰਾਜਾਂ 'ਚ ਅਗਲੇ ਸਾਲ ਦੇ ਸ਼ੁਰੂ 'ਚ ਚੋਣਾਂ ਹੋਣ ਜਾ ਰਹੀਆਂ, ਇਹਨਾਂ ਨੇ ਡਰ ਕੇ ਹੁਣ ਵਾਪਸ ਲਏ। ਅਸਲ ਮੈਨੇ 'ਚ ਕਿਸਾਨਾਂ ਤੇ ਕੋਈ ਅਹਿਸਾਨ ਨਹੀਂ ਕੀਤਾ, ਇਹ ਤਾਂ ਸਿਰਫ ਇਹਨਾਂ ਨੇ ਆਪਣੇ ਵਾਸਤੇ ਵਾਪਸ ਲਏ, ਇਹ ਸਾਡੇ ਵਾਸਤੇ ਨਹੀਂ ਲਏ। ਅਸੀਂ ਤਾਂ ਉਦੋਂ ਮੰਨਾਂਗੇ ਜਦੋਂ ਐਮਐਸਪੀ ਤੇ ਕਾਨੂੰਨ ਬਣੂਗਾ ਜੀ, ਸਾਰੇ ਦੇਸ਼ 'ਚ ਇੱਕ ਕੀਮਤ ਹੋਊਗੀ ਜੀ, ਤਾਂ ਇਹ। ਅਦਰਵਾਈਜ਼ ਤਾਂ ਫਿਰ ਯੂਪੀ ਤੋਂ ਬਿਹਾਰ ਤੋਂ ਐਦਾਂ ਹੀ ਵਪਾਰੀ ਵਰਗ ਜਿਹੜਾ ਇਹ ਖਰੀਦ ਕੇ ਕਪੜੇਬਾਜ਼ੀ ਕਰੀ ਜਾਊਗਾ। ਇਹ ਐਮਐਸਪੀ ਤੇ ਕਾਨੂੰਨ ਜ਼ਰੂਰੀ ਹੈ ਜੀ ਬਹੁਤ। ਨਹੀਂ, ਇੱਕ ਚੀਜ਼ ਲਈ ਪਹਿਲਾਂ ਤੁਹਾਡੀ ਕਿਸਾਨ ਨੇਤਾਵਾਂ ਦੀ ਮੰਗ ਸੀ, ਜਦੋਂ ਵੀ ਕੋਈ ਮੀਟਿੰਗ ਹੁੰਦੀ ਸੀ ਉਹਦੇ 'ਚ ਇਹੀ ਮੰਗ ਹੁੰਦੀ ਸੀ ਵੀ ਪਹਿਲਾਂ 3 ਕਾਲੇ ਕਾਨੂੰਨ ਰੱਦ ਕਰੋ। ਠੀਕ, ਹੁਣ ਉਹ ਮੰਗ ਤਾਂ ਤੁਹਾਡੀ ਮੰਨ ਲਈ, ਹੁਣ ਤੁਸੀਂ ਐਮਐਸਪੀ ਦੀ ਮੰਗ ਪਾ ਦੋਗੇ। ਐਮਐਸਪੀ ਦੀ ਚਾਹੇ ਉਹ ਵੀ ਉਹਦੇ ਵਿੱਚ ਹੀ ਹੈ, ਚਾਹੇ ਇੱਕ ਉਹ ਕਾਨੂੰਨ ਉਹ ਜਿਹੜੇ 3 ਬਿੱਲ ਹੈ ਉਹਨਾਂ ਵਿੱਚ ਹੀ ਉਹ ਇੱਕ ਮੰਗ ਇਹ ਵੀ ਹੈਗੀ ਹੈ ਐਮਐਸਪੀ ਦੇ ਜਿਹੜੀ ਰੱਦ ਕੀਤੀ ਜਾਵੇ।
ਜਾਵੇ, MSP ਨੂੰ ਰੱਖਿਆ ਜਾਵੇ ਔਰ ਉਹ ਤੋਂ ਬਾਅਦ MSP ਜਿਹੜਾ ਹੈ ਉਹ ਰੂਲ ਬਣਾਇਆ ਜਾਵੇ ਵੀ ਇਹ MSP ਤੋਂ ਘੱਟ ਕੋਈ ਖਰੀਦੋ ਫਰੋਖਤ ਨਹੀਂ ਕਰੇਗਾ, ਇਹ ਰੂਲ ਬਣਾਇਆ ਜਾਵੇ। ਇਹ ਉਹਦੇ ਵਿੱਚ ਹੀ ਜਦੋਂ ਰੱਦ ਹੋਣਗੇ ਤਾਂ ਇਹ ਆਟੋਮੈਟਿਕਲੀ ਸ਼ਾਇਦ ਬਣ ਵੀ ਜਾਏਗਾ ਵੀ ਕਿਤੇ ਵੀ MSP ਤੋਂ ਘੱਟ ਚੀਜ਼ ਨਹੀਂ ਲਾਗੂ ਹੋਏਗੀ। ਜਿਨ੍ਹਾਂ ਹਲਕਿਆਂ ਦੇ ਵਿੱਚ ਜੋ ਚੀਜ਼ ਹੋ ਰਹੀ ਹੈ, ਜਿਨ੍ਹਾਂ ਪ੍ਰਾਂਤਾਂ ਦੇ ਵਿੱਚ, ਉਸ ਹਿਸਾਬ ਨਾਲ ਵੀ ਰੱਖੀ ਜਾ ਸਕਦੀ ਹੈ। ਲੇਕਿਨ ਗੱਲ ਤਾਂ ਹੈ ਵੀ ਅੱਜ ਤੱਕ ਤਾਂ ਇਹੀ ਮੰਗ ਸੀ ਵੀ ਤਿੰਨੇ ਕਾਨੂੰਨ ਰੱਦ ਕੀਤੇ ਜਾਣ, ਉਹਨਾਂ ਨੇ ਰੱਦ ਕਰ ਲਿਆ, ਵਾਪਸ ਕਰ ਲਿਆ। ਹੁਣ ਤੁਸੀਂ MSP ਦਾ ਕਾਨੂੰਨ ਦੀ ਗੱਲ ਕਰ ਲੋਗੇ, ਫਿਰ MSP ਦਾ ਕਾਨੂੰਨ ਰੱਦ ਹੋ ਜਾਏਗਾ, ਫਿਰ ਇੱਕ ਨਵੇਂ ਕਾਨੂੰਨ ਦੀ ਕਿਸੇ ਦੀ ਹੋਰ ਗੱਲ ਹੋਏਗੀ, ਇਹ ਤਾਂ ਫਿਰ ਵੱਧੀ ਜਾਏਗੀ ਨਾ ਗੱਲ। ਮੈਂ ਤੁਹਾਡੀ ਜਾਣਕਾਰੀ 'ਚ ਹੋਰ ਵਾਧਾ ਕਰਦਾ ਜੀ ਸਿਰਫ MSP ਦੀ ਨਹੀਂ ਗੱਲ, ਜੀ ਨਾਲ ਦੀ ਨਾਲ ਜਿਹੜੇ ਅੱਗੇ ਬਿਜਲੀ ਬਿੱਲ ਆਣੇ ਜੀ ਔਰ ਜਿਹੜੇ ਅਜੇ ਇਹ ਲਿਆ ਨਹੀਂ ਰਹੇ ਇਸੇ ਤੋਂ ਡਰਦੇ ਵੀ ਹੋਰ ਪੰਗਾ ਨਵਾਂ ਨਾ ਪੈ ਜਾਵੇ, ਬਿਲਕੁਲ। ਔਰ ਉਹ ਤੋਂ ਬਾਅਦ ਜਿਹੜਾ ਪ੍ਰਦੂਸ਼ਣ ਵਾਲਾ ਹੈ, ਜੀ। ਤੁਸੀਂ ਇੱਕ ਗੱਲ ਦੇਖੋ, ਪੰਜਾਬ 'ਚ ਮੰਨ ਲਓ ਪਰਾਲੀ ਚੱਲ ਰਹੀ ਤਾਂ ਹੋਰ ਪੰਜਾਬ, ਹਰਿਆਣਾ, UP ਕਿਤੇ ਨਹੀਂ ਉਹਦਾ ਪੋਲਿਊਸ਼ਨ ਜਾ ਰਿਹਾ, ਉਹ ਸਿਰਫ ਦਿੱਲੀ ਜਾ ਰਿਹਾ। ਤਾਂ ਸੁਪਰੀਮ ਕੋਰਟ ਨੇ ਮਨਾ ਕਰਤਾ, ਨਹੀਂ, ਉਹ ਮੈਂ- ਦੇਖੋ ਉਹ ਦੇਖੋ ਤਾਂ ਕਲੀਅਰ ਹੋ ਗਿਆ। ਦੇਖੋ ਆਸ ਤਾਂ ਹੁਣ ਸਾਨੂੰ ਫਿਰ ਸੁਪਰੀਮ ਕੋਰਟ ਤੋਂ ਰਹਿ ਗਈ ਨਾ ਜੀ, ਉਹ ਤਾਂ ਸੁਪਰੀਮ ਕੋਰਟ ਸਰਕਾਰਾਂ ਤੋਂ ਤਾਂ ਕੋਈ ਆਸ ਨਹੀਂ ਰਹੀ ਸਾਨੂੰ। ਠੀਕ ਹੈ। ਗੱਲ ਤਾਂ ਇੱਥੇ ਖੜੀ। ਦੇਖੋ ਸੁਪਰੀਮ ਕੋਰਟ, ਦੇਖੋ ਪਰਾਲੀ ਨਾ ਸਾੜਨ ਦਾ ਤਾਂ ਸਾਡੇ ਮੁੱਖ ਮੰਤਰੀ ਨੇ ਵੀ ਕਿਹਾ ਵੀ ਪਰਾਲੀ ਨਾ ਸਾੜੋ, ਪਰ ਇਹਦਾ ਹੱਲ ਵੀ ਦੱਸਣ ਨਾ, ਜਿਹੜਾ ਹੈ ਉਹ ਕਿਤੇ ਨਾ ਕਿਤੇ ਇਹਦਾ ਹੱਲ ਵੀ ਦੱਸਣ। ਬਿਲਕੁਲ ਬਿਲਕੁਲ, ਇਹ ਸਰਕਾਰਾਂ ਨੇ ਹੱਲ ਦੇਣਾ। ਮਤਲਬ ਇਹਨਾਂ ਕਾਨੂੰਨਾਂ ਤੇ ਬਾਅਦ ਦੇ ਵਿੱਚ ਲੜਾਈ ਲੜੀ ਜਾ ਸਕਦੀ ਹੈ, ਇਹ ਤੁਸੀਂ ਕਹਿ ਰਹੇ ਇਹ ਅਸਲ 'ਚ ਮੈਂ ਤੁਹਾਨੂੰ ਦੱਸਦਾ, ਦੇਖੋ ਜਿੱਡਾ ਬੜਾ ਮੋਰਚਾ ਇਹ ਹੁਣ ਹੋ ਗਿਆ, ਅੰਦੋਲਨ ਹੋ ਗਿਆ, ਦੇਸ਼ ਵਿਦੇਸ਼ ਤੱਕ ਚਲ ਗਿਆ, ਸ਼ਾਇਦ ਸਾਰੀ ਦੁਨੀਆ ਮੰਨਦੀ ਵੀ ਇਹ ਤੋਂ ਵੱਡਾ ਅੰਦੋਲਨ ਨਾ ਪਹਿਲੇ ਕਦੀ ਹੋਇਆ, ਬਿਲਕੁਲ ਸ਼ਾਇਦ ਅੱਗੇ ਨੂੰ ਹੋਵੇ ਵੀ ਨਾ। ਬਿਲਕੁਲ। ਦੇਖੋ ਹੁਣ ਸਾਡੇ ਕੋਲ ਕਿਸਾਨਾਂ ਕੋਲ ਜਾਂ ਕਿਸਾਨ ਜਥੇਬੰਦੀ ਕੋਲ ਜਾਂ SKM ਕੋਲ ਇੱਕੋ ਇੱਕ ਹੱਲ ਹੈ ਕਿ ਹੁਣ ਇੱਕ ਵਾਰੀ ਜਿਹੜੀ ਲੜਾਈ ਛਿੜੀ ਹੋਈ ਇਹਨੂੰ ਸਿਰੇ ਲਾਇਆ ਜਾਵੇ, ਨਾ ਕਿ ਅੱਧ ਵਿਚਾਲੇ ਛੱਡ ਕੇ ਹੁਣ ਵਾਪਸ ਆ ਜਾਵੇ। ਅਸੀਂ ਤਾਂ ਆਪ ਤੁਹਾਡੇ ਚੈਨਲ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ ਮੈਂ ਤਾਂ ਬੇਨਤੀ ਕਰੂੰਗਾ ਸੰਯੁਕਤ ਕਿਸਾਨ ਮੋਰਚੇ ਨੂੰ ਕਿ ਜਦੋਂ ਤੱਕ ਹੁਣ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਪਿੱਛੇ ਨਾ ਹਟੀਏ। ਸਾਡਾ ਸਾਰਾ ਕੁਝ ਤਾਣਾ ਬਾਣਾ ਬਣਿਆ ਹੋਇਆ, ਲੋਕ ਬਹੁਤ ਚਾਹੁੰਦੇ ਆ ਸਾਨੂੰ ਕਿ ਵਾਕਈ ਤੁਸੀਂ ਅੱਜ ਵੀ ਨਹੀਂ ਸੌਰੀ ਤੁਹਾਡੀ ਮੈਂ ਗੱਲ ਕਰਦਾ। ਇੱਕ ਹੋਰ ਦੇਖੋ, ਮਹਿੰਗਾਈ ਕਿੱਥੇ ਚਲ ਗਈ ਜੀ, ਬਿਲਕੁਲ। ਰੇਟ ਹਰੇਕ ਚੀਜ਼ ਦੇ ਕਿੱਥੇ ਤੇ ਕਿੱਥੇ। ਤੁਸੀਂ ਮੈਨੂੰ ਦੱਸੋ ਅੱਜ ਕਿਸਾਨ ਤੋਂ ਬਿਨਾਂ ਜੇ ਕੋਈ ਬੋਲ ਰਿਹਾ, ਬਿਲਕੁਲ ਸਿਰਫ ਤੇ ਸਿਰਫ ਇੱਕ ਕਿਸਾਨ ਬੋਲ ਰਿਹਾ ਸਰਕਾਰ ਦੇ ਅਗੇਂਸਟ, ਅਦਰਵਾਈਜ਼ ਕੋਈ ਨਹੀਂ ਬੋਲ ਰਿਹਾ। ਬਿਲਕੁਲ। ਸੋ ਜਿੱਦਾਂ 70-80% ਕਿਸਾਨਾਂ ਨਾਲ ਜਾਂ ਕਿਸਾਨੀ ਨਾਲ ਦੇਸ਼ ਜੁੜਿਆ ਹੋਇਆ, ਕਿਸਾਨਾਂ ਦੀ ਹੁਣ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਵਾਕਈ ਜੇ ਕਾਲੇ ਕਾਨੂੰਨ ਤਿੰਨੇ ਹੀ ਵਾਪਸ ਹੋ ਸਕਦੇ ਤਾਂ MSP ਤੇ ਵੀ ਕਾਨੂੰਨ ਬਣ ਸਕਦਾ। ਔਰ ਇਸ ਅੰਦੋਲਨ 'ਚ ਇਹ ਨਵਾਂ ਜੋਸ਼ ਭਰ ਗਿਆ। ਤੁਸੀਂ ਦੇਖਿਓ 26 ਤੋਂ ਬਾਅਦ ਕਿਸ ਤਰ੍ਹਾਂ ਲੋਕ ਦਿੱਲੀ ਦੇ ਬਾਰਡਰਾਂ ਨੂੰ ਚੱਲਦੇ। ਇੱਕ ਚੀਜ਼ ਹੋਰ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਜਿਹੜੇ ਵੀ ਟਵੀਟਸ ਆ ਰਹੇ ਨੇ ਜਾਂ ਜਿਹੜੀ ਵੀ ਇੰਟਰਵਿਊਜ਼ ਟੀਕਰੀ ਬਾਰਡਰ ਤੇ ਜਾਂ ਦਿੱਲੀ ਦੇ ਹੋਰ ਬਾਰਡਰਾਂ ਤੇ ਕਿਸਾਨਾਂ ਦੀ ਲਈ ਜਾ ਰਹੀ ਹੈ, ਉਹਦੇ ਵਿੱਚ ਉਹ ਇਹੀ ਕਹਿ ਰਹੇ ਨੇ ਵੀ ਇਹ ਸਾਨੂੰ ਨਰਿੰਦਰ ਮੋਦੀ ਜੀ ਕਥਨ ਦੇ ਉੱਤੇ ਕੋਈ ਯਕੀਨ ਨਹੀਂ ਹੈ, ਵੀ ਉਹ ਕਹਿ ਦਿੰਦੇ ਆ ਪਰ ਕਰਦੇ ਨਹੀਂ ਹੈ। ਜਦੋਂ ਤੱਕ ਇਹ ਸਾਰਾ ਕੁਝ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਪਾਸ ਹੋਇਆ ਉਸੇ ਤਰ੍ਹਾਂ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਇਹ ਮੋਰਚਾ ਖਾਲੀ ਨਹੀਂ ਕਰਨਾ, ਇਹ ਮੋਰਚੇ ਖਾਲੀ ਨਹੀਂ ਕਰਨੇ, ਇੱਥੋਂ ਨਹੀਂ ਵਾਪਸ ਜਾਣਾ। ਲੇਕਿਨ ਇੱਕ ਚੀਜ਼ ਤਾਂ ਹੈ, ਠੀਕ ਹੈ, ਇਹ ਇੱਕ ਹੋ ਸਕਦੇ ਵਿਚਾਰ ਤੁਹਾਡੇ ਹੋ ਸਕਦੇ, ਸਾਰੀ ਗੱਲ ਕਿਸਾਨਾਂ ਦੀ ਹੋ ਸਕਦੀ ਹੈ ਵੀ ਜਦੋਂ ਤੱਕ ਸਾਰਾ ਕੁਝ ਜੋ ਲੋਕ ਸਭਾ ਜਿਸ ਤਰ੍ਹਾਂ ਪਾਸ ਹੋਇਆ ਉਸੇ ਤਰ੍ਹਾਂ ਰੱਦ ਨਹੀਂ ਹੁੰਦਾ, ਨਹੀਂ ਹੋਇਆ ਜਾਏਗਾ। ਲੇਕਿਨ ਅੱਜ ਮੈਂ ਇੱਕ ਗੱਲ ਕਰਾਂ ਵੀ 1 ਸਾਲ ਦੀ ਮਿਹਨਤ ਨੇ ਰੰਗ ਤਾਂ ਲਿਆਇਆ, ਕਿਤੇ ਨਾ ਕਿਤੇ ਜਿੱਤ ਦੀ ਖੁਸ਼ਬੂ ਜਿਹੜੀ ਹੈ ਉਹ ਤਾਂ ਕਿਸਾਨਾਂ ਨੂੰ ਆਣੀ ਸ਼ੁਰੂ ਹੋ ਗਈ। Himachal Institute of Dental Sciences, Paonta Sahib, near Dehradun, Himachal Pradesh. Opening the doors for you. Come on in. It's an entrance to an exception. Excellent infrastructure, sprawling lawns, classrooms fitted with the latest teaching gadgets, fully air-conditioned library packed with the latest books and journals, fully operational laboratories, learning patient treatment skills, getting hands-on experience, energetic coaching and personalized attention. You could have not asked for better. The motivation you need and the support you deserve. 24 hours security and off-site surveillance too. Academic excellence and accomplished administration. We lay strong foundation for a successful future, as your success is our passion. Experience the excellence and the fun time, cause we believe play is as natural as breathing and as necessary. An ultimate choice for the students. Your search ends here. ਇੱਕ ਮੈਂ ਸ਼ਬਦਾਂ 'ਚ ਥੋੜਾ ਜਿਹਾ ਹੇਰ ਫੇਰ ਕਰਨ ਲੱਗਿਆ ਜੀ। ਜਿੱਤ ਦੀ ਖੁਸ਼ਬੂ ਵੀ ਔਰ ਇਹਦੇ ਨਾਲ ਦੀ ਨਾਲ ਜੀ ਜਿੱਤ ਦੀ ਸ਼ੁਰੂਆਤ ਹੋ ਗਈ। ਸ਼ੁਰੂਆਤ, ਯੈਸ। ਦੇਖੋ ਜਿੱਤ ਦੀ ਸ਼ੁਰੂਆਤ ਹੋ ਗਈ, ਤੁਹਾਨੂੰ ਗੱਲ ਮੰਨਣੀ ਪੈਣੀ। ਔਰ ਮੈਨੂੰ ਐਦਾਂ ਲੱਗਦਾ ਵੀ ਅਗਲੀ ਜਿੱਤ ਵੀ ਜਿਹੜੀ ਹੈ ਬਹੁਤ ਜਲਦੀ ਹੋਊਗੀ। ਫਰਕ ਇੰਨਾ ਕਿ ਵੀ ਇਹ ਚਾਹੇ UP ਹਾਰਨ ਤੋਂ ਬਾਅਦ ਹੋ ਜਾਵੇ ਜਾਂ UP ਦੀ ਇਲੈਕਸ਼ਨ ਤੋਂ ਪਹਿਲੇ ਹੋ ਜਾਵੇ, ਫਰਕ ਇੰਨਾ ਕਿ ਹੈ ਜੀ। ਅਦਰਵਾਈਜ਼ ਇਹਨਾਂ ਨੂੰ ਹੁਣ MSP ਤੇ ਕਾਨੂੰਨ ਬਣਾਉਣਾ ਹੀ ਪਊਗਾ ਜੀ।
ਚਾਹੇ ਇਹ ਦੋਸਤੋ ਹੋਇਆ ਹੈਗਾ ਵੀ ਇਲੈਕਸ਼ਨ ਪੰਜਾਬ ਦੇ ਤੇ ਯੂਪੀ ਦੇ ਆ ਰਹੇ ਨੇ ਜਿਹਦੇ ਵਿੱਚ ਕਿਸਾਨ ਆਪਣੀ ਬਹੁਤ ਵੱਡੀ ਅਹਿਮੀਅਤ ਰੱਖਦੇ ਨੇ, ਚਾਹੇ ਇਹ ਹੋਇਆ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਜ 552ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਨੂੰ ਦੇਖਦੇ ਹੋ ਇੱਕ ਬੜੀ ਵੱਡੀ ਸੁਗਾਤ ਜਿਹੜੀ ਹੈ ਕਿਸਾਨਾਂ ਨੂੰ ਨਰਿੰਦਰ ਮੋਦੀ ਜੀ ਨੇ ਦੇ ਦਿੱਤੀ ਹੈ। ਚਾਹੇ ਤੁਸੀਂ ਇਸ ਨੂੰ ਕੋਈ ਵੀ ਗੱਲ ਮੰਨ ਲਓ, ਲੇਕਿਨ ਇੱਕ ਚੀਜ਼ ਬਿਲਕੁਲ ਸਹੀ ਕਹੀ ਹੈ ਸਰਦਾਰ ਤਰਲੋਚਨ ਸਿੰਘ ਚੱਠਾ ਨੇ ਕਿ ਕਿਸਾਨਾਂ ਦੇ ਦੁਆਰਾ ਪੂਰੇ ਦੇਸ਼ ਦੀ ਇਹ ਜਿੱਤ ਦੀ ਸ਼ੁਰੂਆਤ ਹੈ। ਹਾਲਾਂਕਿ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਉਹ ਤਾਂ ਕਹਿੰਦੀਆਂ ਹੀ ਰਹਿਣਗੀਆਂ ਕਿ ਇਹ ਅਸੀਂ ਆਕੜ ਭੰਨ ਦਿੱਤੀ ਹੈ ਕਿਸਾਨਾਂ ਨੇ, ਲੇਕਿਨ ਇਹ ਜ਼ਰੂਰ ਹੈਗਾ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਹੁਣ ਜਿੱਤ ਦੀ ਖੁਸ਼ਬੂ ਆਣੀ ਸ਼ੁਰੂ ਹੈ। ਤੇ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਲੋਕ ਸਾਰੇ ਹੀ ਜਿੰਨੇ ਸੋਸ਼ਲ ਮੀਡੀਆ ਨਾਲ ਜੁੜੇ ਨੇ, ਮੈਂ ਗੋਦੀ ਮੀਡੀਆ ਵਿੱਚ ਨਹੀਂ ਲਾਂਗਾ, ਜਿੰਨੇ ਵੀ ਸੋਸ਼ਲ ਮੀਡੀਆ ਨਾਲ ਜੁੜੇ ਨੇ ਜਾਂ ਜਿਹੜੇ ਰਾਸ਼ਟਰੀ ਚੈਨਲ ਦੇ ਉੱਤੇ ਕਿਸਾਨਾਂ ਦੀ ਗੱਲ ਕਰਦੇ ਰਹੇ ਨੇ, ਅੱਜ ਉਹ ਵਧਾਈ ਦੇ ਪਾਤਰ ਨੇ ਕਿ ਅੱਜ ਕਿਤੇ ਨਾ ਕਿਤੇ ਕਿਸਾਨ ਆਪਣੀ ਸਫਲਤਾ ਦੇ ਵੱਲ ਨੂੰ ਪਹਿਲਾ ਕਦਮ ਵਧਾ ਕੇ ਅੱਗੇ ਵਧਣਾ ਸ਼ੁਰੂ ਕਰ ਰਹੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਤਰਲੋਚਨ ਸਿੰਘ ਜੀ। ਦੋਸਤੋ ਤੁਹਾਡਾ ਵੀ ਧੰਨਵਾਦ। ਫਿਲਹਾਲ ਇੰਨਾ ਹੀ ਇਸ ਵਿਸ਼ੇ ਦੇ ਉੱਤੇ ਹੋਰ ਮਾਹਿਰਾਂ ਦੇ ਨਾਲ ਗੱਲ ਕਰਾਂਗੇ, ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਬਰਾ ਨੂੰ ਦਿਓ ਇਜਾਜ਼ਤ। ਨਮਸਕਾਰ।